Hello everyone, I'm Chanpreet from Kaizen Academy. Welcome to our YouTube channel and I hope all of you are doing fine. ਅੱਜ ਫਿਰ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਾਂਗੇ ਜੋ ਕਿ ਹੈ ਜੌਬ ਇੰਟਰਵਿਊ ਪ੍ਰੈਪਰੇਸ਼ਨ। ਆਪਾਂ ਅੱਜ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਸ ਪਾਰਟਿਕੂਲਰ ਆਰਗੇਨਾਈਜੇਸ਼ਨ ਦੇ ਵਿੱਚ ਜੌਬ ਵੈਕੈਂਸੀ ਹੈ ਤੇ ਆਪਾਂ ਜਿਹੜੀ ਇੰਟਰਵਿਊ ਤੋਂ ਪਹਿਲਾਂ ਪ੍ਰੈਪਰੇਸ਼ਨ ਕੀ ਕਰਨੀ ਹੈ। ਦੈਟ ਕੈਨ ਬੀ 1 day ਪ੍ਰਾਇਰ ਔਰ 2 days ਪ੍ਰਾਇਰ ਟੂ ਦ ਇੰਟਰਵਿਊ ਡੇਟ। ਤੇ ਆਪਾਂ ਜਿਹੜੀ ਪ੍ਰਾਇਰ ਟੂ ਦ ਇੰਟਰਵਿਊ ਪ੍ਰੈਪਰੇਸ਼ਨ ਜਿਹੜੀ ਕਰਨੀ ਹੈ ਉਹ ਕੀ ਕਰਨੀ ਹੈ। So let's start with the first point. Research about the organization. Very important point. Usually ਆਪਾਂ ਕੀ ਕਰਦੇ ਹਾਂ, ਆਪਾਂ ਸਿਰਫ ਆਪਣੇ ਬਾਰੇ ਸੋਚਦੇ ਹਾਂ ਕਿ ਮੈਂ ਇੰਟਰਵਿਊ ਦੇਣੀ ਹੈ, ਮੇਰਾ ਅਟਾਇਰ ਕਿਵੇਂ ਦਾ ਹੋਣਾ ਚਾਹੀਦਾ ਹੈ, ਮੇਰਾ ਰੈਸਿਊਮੇ ਕਿੱਦਾਂ ਦਾ ਹੋਣਾ ਚਾਹੀਦਾ ਹੈ ਐਂਡ all other things. But ਇੰਟਰਵਿਊ ਤੋਂ ਪਹਿਲਾਂ ਆਰਗੇਨਾਈਜੇਸ਼ਨ ਦੀ ਸਟੱਡੀ ਕਰਨੀ, ਰਿਸਰਚ ਕਰਨੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਗਾਇਜ਼ ਲੈਟ ਮੀ ਟੈਲ ਯੂ, ਜਿੰਨੀ ਜ਼ਰੂਰੀ ਤੁਹਾਡੇ ਵਾਸਤੇ ਉਹ ਇੰਟਰਵਿਊ ਕਰੈਕ ਕਰਨਾ ਹੈ ਉਸ ਤੋਂ ਕਿਤੇ ਜ਼ਿਆਦਾ ਜ਼ਰੂਰੀ ਉਸ ਆਰਗੇਨਾਈਜੇਸ਼ਨ ਨੂੰ ਇੱਕ ਰਾਈਟ ਕੈਂਡੀਡੇਟ ਮਿਲਣਾ ਉਸ ਪ੍ਰੋਫਾਈਲ ਵਾਸਤੇ ਜ਼ਰੂਰੀ ਹੈ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਫॉर द ਆਰਗੇਨਾਈਜੇਸ਼ਨ ਕਿ ਉਹ ਇੱਕ ਰਾਈਟ ਕੈਂਡੀਡੇਟ ਸ਼ਾਰਟੈਸਟ ਟਾਈਮ ਪੀਰੀਅਡ ਦੇ ਵਿੱਚ ਲੱਭ ਕੇ ਉਹਨੂੰ ਉਸ ਪ੍ਰੋਫਾਈਲ ਤੇ ਬਿਠਾਣ। ਸੋ ਦੈਟ ਮੀਨਸ ਕਿ ਆਪਾਂ ਨੂੰ ਰਿਸਰਚ ਕਰਨਾ ਵੀ ਆਰਗੇਨਾਈਜੇਸ਼ਨ ਬਾਰੇ ਬਹੁਤ ਜ਼ਰੂਰੀ ਹੈ। ਵੀ ਹੈਵ ਆਲ ਦ ਰਾਈਟ ਟੂ ਰਿਸਰਚ ਅਬਾਊਟ ਦ ਆਰਗੇਨਾਈਜੇਸ਼ਨ। ਲੈਟਸ ਸੇ ਵੈਨ ਵਾਜ਼ ਦ ਕੰਪਨੀ ਐਸਟੈਬਲਿਸ਼ਡ, ਕਿ ਉਹ ਕੰਪਨੀ 2 ਸਾਲ ਪੁਰਾਣੀ ਹੈ ਜਾਂ 20 ਸਾਲ ਪੁਰਾਣੀ ਹੈ। Naturally, if a company is 20 years old, that means it's an established organization. You should not have any other thoughts or you should not have any doubt कि company ਦੀ stability ਕੀ ਹੈ market ਦੇ ਵਿੱਚ ਜਾਂ company ਦੀ sustainability ਕੀ ਹੈ। If a company has sustained for more than 10 years, 15 years, 20 years, that means that the company has established itself. So you have that job security in that organization. However, if a company is just 2 years old, 3 years old, that means the company hasn't established itself as yet. ਤੁਸੀਂ ਇੱਕ ਨਵੀਂ ਕੰਪਨੀ ਦੇ ਵਿੱਚ ਸਟੈਪ ਇਨ ਕਰ ਜਾਂਦੇ ਹੋ, ਗॉड forbid ਕੱਲ੍ਹ ਨੂੰ that company is incurring losses. So eventually it will shut down, and if the company shuts down, you lose your job. So no job security. Very important to study when was the company established. Another point, who is the CEO of the organization? This question can be asked to you in the interview. So let's say Tata है, Tata ਦੇ multiple products ਨੇ, Reliance ਦੇ multiple products ਨੇ, but ਤੁਸੀਂ ਕਿਸ ਬਿਜ਼ਨਸ ਯੂਨਿਟ 'ਚ ਕੰਮ ਕਰ ਰਹੇ ਹੋ? ਜਿਹੜਾ ਯੂਨਿਟ ਪ੍ਰੋਫਿਟ ਦੇ ਵਿੱਚ ਜਾ ਰਿਹਾ ਉੱਥੇ ਕੰਮ ਕਰ ਰਹੇ ਹੋ ਜਾਂ ਜਿਹੜਾ ਯੂਨਿਟ ਲਾਸ 'ਚ ਜਾ ਰਿਹਾ ਉੱਥੇ ਕੰਮ ਕਰ ਰਹੇ ਹੋ? ਜ਼ਰੂਰੀ ਨਹੀਂ ਹੈ ਕਿ ਜੇ ਟਾਟਾ ਹੈ ਜਾਂ ਕੋਈ ਵੱਡੀ established ਫਰਮ ਹੈ ਉਹਦੇ ਸਾਰੇ ਬਿਜ਼ਨਸ ਯੂਨਿਟਸ ਪ੍ਰੋਫਿਟ ਜਾਣਗੇ। ਹੋ ਸਕਦਾ ਕਿ ਕੁਝ ਉਹਦੇ ਯੂਨਿਟਸ ਲਾਸ ਜਾ ਰਹੇ ਹੋਣ, ਐਂਡ ਇਫ ਯੂ ਆਰ ਵਰਕਿੰਗ ਇਨ ਦੈਟ ਪਾਰਟਿਕੂਲਰ ਯੂਨਿਟ, ਹੋ ਸਕਦਾ ਤੁਹਾਡਾ ਸੈਲਰੀ ਕੱਟਸ ਆਉਣੇ ਸ਼ੁਰੂ ਹੋ ਜਾਣ, ਹੋ ਸਕਦਾ ਤੁਹਾਡੇ ਇਨਸੈਂਟਿਵਸ ਤੁਹਾਨੂੰ ਨਾ ਟਾਈਮ ਤੇ ਆਉਣ। ਸੋ ਇਟ ਇਜ਼ ਇੰਪੋਰਟੈਂਟ ਦੈਟ CEO ਦਾ ਵਿਜ਼ਨ ਕੀ ਹੈ ਉਸ ਚੀਜ਼ ਨੂੰ ਸਟੱਡੀ ਕਰਨਾ ਵੀ ਬਹੁਤ ਇੰਪੋਰਟੈਂਟ ਹੈ। ਸੋ ਲੋਕੇਸ਼ਨਸ ਆਪਾਂ ਚੈੱਕ ਕਰਨੀਆਂ ਹੈ। ਨੰਬਰ ਆਫ EMPLOYEES ਕਿੰਨੇ ਨੇ ਇਨ ਅ ਪਾਰਟਿਕੂਲਰ ਲੋਕੇਸ਼ਨ। ਜਿਸ ਲੋਕੇਸ਼ਨ ਤੁਸੀਂ ਕੰਮ ਕਰਨ ਜਾ ਰਹੇ ਹੋ ਉੱਥੇ EMPLOYEES ਕਿੰਨੇ ਹੈ? EMPLOYEES ਘੱਟ ਨੇ ਤਾਂ ਨੈਚੁਰਲੀ ਜਿਹੜਾ ਕੰਪੀਟੀਸ਼ਨ ਹੋਏਗਾ ਉਹ ਘੱਟ ਹੋਏਗਾ। ਯੂ ਕੈਨ ਰਾਈਜ਼ ਮੋਰ ਐਂਡ ਇਨ ਲੈਸ ਟਾਈਮ। ਜੇ ਨੰਬਰ ਆਫ EMPLOYEES ਜ਼ਿਆਦਾ ਹੈ ਉਹਦਾ ਵੀ ਕਿਤੇ ਨਾ ਕਿਤੇ ਬੈਨੀਫਿਟ ਹੈ that you get to learn a lot from your colleagues, from your peers. So competition ਜਿੱਥੇ ਜ਼ਿਆਦਾ ਹੋਏਗਾ ਤੁਹਾਡਾ ਆਊਟਪੁੱਟ ਵੀ ਉੱਥੇ ਜ਼ਿਆਦਾ ਨਿਕਲੇਗਾ। ਸੋ ਉਹਦੇ ਵਿੱਚ ਵੀ ਤੁਹਾਨੂੰ ਇੱਕ ਬੈਨੀਫਿਟ ਹੈ। Then another point can be that ਤੁਹਾਡੀ growth opportunities ਕੀ ਨੇ ਉਸ ਆਰਗੇਨਾਈਜੇਸ਼ਨ ਦੇ ਵਿੱਚ। For example, incentive structure ਕੀ ਹੈ ਉਸ ਆਰਗੇਨਾਈਜੇਸ਼ਨ ਦਾ? Incentive structure is good ਜਾਂ incentives ਹੈ ਜਾਂ ਨਹੀਂ ਹੈ? ਅਗਰ ਇਨਸੈਂਟਿਵਸ ਹੈ ਦੈਨ ਬਿਫੋਰ ਸਿਟਿੰਗ ਫॉर द ਇੰਟਰਵਿਊ ਤੁਸੀਂ ਜਿਹੜਾ ਤੁਹਾਡਾ ਬੇਸ ਸੈਲਰੀ ਹੈ you can compensate on that a bit. ਤੁਸੀਂ ਜੇ ਸੋਚ ਰਹੇ ਸੀ ਮੇਰੀ ਬੇਸ ਸੈਲਰੀ 50,000 ਹੋਣੀ ਚਾਹੀਦੀ ਹੈ ਫॉर ਐਗਜ਼ਾਮਪਲ, ਬਟ you've got to know that incentives ਬੜੇ ਅੱਛੇ ਨੇ, ਬੜੇ ਲੁਕਰੇਟਿਵ ਹੈ, ਦੈਨ ਤੁਸੀਂ 50 ਦੀ ਬਜਾਏ ਤੁਹਾਨੂੰ 45 ਵੀ ਅਗਰ ਕੰਪਨੀ ਆਫਰ ਕਰ ਦੇ then you can think about it instantly during the interview. ਤੁਸੀਂ yes ਕਰਨਾ ਹੈ ਜਾਂ no ਕਰਨਾ ਹੈ, right? Then promotions.
ਪ੍ਰੋਮੋਸ਼ਨਸ ਕਿੰਨੇ ਵਾਰ ਹੁੰਦੀਆਂ ਨੇ, 1 ਸਾਲ ਦੇ ਵਿੱਚ ਜਾਂ 2 ਸਾਲ ਦੇ ਵਿੱਚ ਜਾਂ 3 ਸਾਲ ਦੇ ਵਿੱਚ, ਜਾਂ ਉਹ ਟੋਟਲੀ ਡਿਪੈਂਡਸ ਔਨ ਯਰ ਪਰਫਾਰਮੈਂਸ ਇਨ ਅ ਪਰਟੀਕੂਲਰ ਈਅਰ। ਉਹ ਚੀਜ਼ ਜੇ ਆਪਾਂ ਨੂੰ ਚੀਜ਼ਾਂ ਪਹਿਲਾਂ ਪਤਾ ਲੱਗ ਜਾਣ ਤਾਂ ਵੀ ਆਰ ਵੈਰੀ ਵੈਲ ਪ੍ਰੀਪੇਅਰਡ ਬਿਫੋਰ ਸਿਟਿੰਗ ਇਨ ਦ ਇੰਟਰਵਿਊ। ਇੰਕਰੀਮੈਂਟਸ ਅਨਦਰ ਇੰਪੋਰਟੈਂਟ ਪੁਆਇੰਟ। ਇੰਕਰੀਮੈਂਟ ਕਦੋਂ ਹੁੰਦਾ ਹੈ? ਕੁਝ ਆਰਗੇਨਾਈਜੇਸ਼ਨਸ ਦੇ ਵਿੱਚ ਜਿਹੜਾ ਸੈਲਰੀ ਇੰਕਰੀਮੈਂਟ ਹੈ ਦੈਟ ਹੈਪਨਸ ਟਵਾਈਸ ਇਨ ਐਨ ਈਅਰ, ਇਨ ਐਨ ਐਨੂਅਲ ਈਅਰ, ਤੇ ਕੁਝ ਆਰਗੇਨਾਈਜੇਸ਼ਨਸ ਦੇ ਵਿੱਚ ਵਨਸ ਇਨ ਐਨ ਐਨੂਅਲ ਈਅਰ ਹੁੰਦਾ ਹੈ। ਸੋ ਜੇ ਆਪਾਂ ਉਹ ਚੀਜ਼ਾਂ 'ਤੇ ਸਟੱਡੀ ਕਰ ਲਈਏ ਤਾਂ ਆਪਾਂ ਬਹੁਤ ਜ਼ਿਆਦਾ ਪ੍ਰੀਪੇਅਰਡ ਹੋਵਾਂਗੇ ਬਿਫੋਰ ਦ ਇੰਟਰਵਿਊ। ऑनलाइन रिव्यूज़ वेरी इंपॉर्टेंट। ऑनलाइन रिव्यूज़ चैक करो उस ऑर्गेनाइजेशन दे। देर आर मल्टीपल प्लेटफॉर्म्स, गूगल ते जाके रिव्यू आ जाते हैं एक पर्टिकुलर ऑर्गेनाइजेशन दे। फॉर मोस्ट ऑफ द IT कंपनीज ग्लासडोर हैगा, उत्थे बहुत ज़्यादा रिव्यूज़ होंगे ने, पॉजिटिव भी तो नैगेटिव भी। सो चैक करो कि उस ऑर्गेनाइजेशन के रिव्यूज़ किद्दां दे ने, कि उत्थों के जिहड़े एक्स इंपलॉयज़ ने या करंट इंपलॉयज़ ने दे आर हैप्पी वर्किंग देयर अकॉर्डिंग टू द रिव्यूज़, or they are not happy working there. Now let's come on to the second point, the second major point, clarity of the profile. Very important point. What is the job title? Are you applying for an HR generalist profile or you're applying for an HR recruiter profile? Just for an example, if you're applying for a generalist profile, an HR generalist, that will cover all the basic and the general responsibilities that comes under the HR profile. However, if you are applying for an HR recruiter profile, that primarily means that you will be hired to recruit new people for the organization. ਉਹਦੇ ਵਿੱਚ HR generalist ਦੀ responsibilities ਨਹੀਂ ਆਣਗੀਆਂ। 80-90% will be the recruitment part. So if you were an HR generalist in your previous organization and you're looking for a similar profile or a same profile, ਤੇ ਤੁਸੀਂ ਤੁਸੀਂ ਉਹ ਪ੍ਰੋਫਾਈਲ ਜੌਬ ਟਾਈਟਲ ਨੂੰ ਅੱਛੀ ਤਰ੍ਹਾਂ ਨਹੀਂ ਸਟੱਡੀ ਕੀਤਾ ਜਾਂ ਦੇਖਿਆ ਨਹੀਂ, ਐਂਡ ਯੂ ਸੈਟ ਫॉर ਐਨ ਇੰਟਰਵਿਊ ਵੇਅਰ ਦੇ ਆਰ ਇੰਟਰਵਿਊਇੰਗ ਯੂ ਫॉर ਐਨ HR recruiter profile, and eventually you get hired, and then when you start working 90% of work ਤੁਸੀਂ HR recruiter ਦਾ ਕਰ ਰਹੇ ਹੋ, ਪਰ ਤੁਸੀਂ ਸੋਚਿਆ ਸੀ HR generalist ਦਾ। then what happens? ਤੁਸੀਂ 2 months काम करोगे, 3 months काम करोगे, and there are very high chances that you will quit the job. So it is very important, guys, that you understand the job profile. Study the job description. What are the roles and responsibilities of that particular profile? ਹੋ ਸਕਦਾ ਹੈ ਕਿ ਤੁਸੀਂ ਜੌਬ ਡਿਸਕ੍ਰਿਪਸ਼ਨ ਜਿਹੜੀ ਤੁਹਾਡੇ ਰੈਸਿਊਮੇ ਦੇ ਵਿੱਚ ਹੈ, ਤੁਸੀਂ ਉਹਦੇ 10 ਪੁਆਇੰਟਸ ਲਿਖੇ ਹੋਏ ਨੇ ਕਿ that you have performed these 10 responsibilities in your previous organizations, and out of those 10 there were 2 other responsibilities that you missed out. ਤੁਸੀਂ ਉਹ ਨਹੀਂ ਲਿਖਿਆ ਰੈਸਿਊਮੇ 'ਚ, ਬਟ ਉਹ 2 ਜਿਹੜੀਆਂ ਰਿਸਪੌਂਸਿਬਿਲਿਟੀਜ਼ ਤੁਸੀਂ ਮਿਸ ਆਊਟ ਕੀਤੀਆਂ, ਐਂਡ ਉਹ ਤੁਸੀਂ ਪਰਫਾਰਮ ਕੀਤੀਆਂ ਹੋਈਆਂ ਨੇ ਪ੍ਰੀਵੀਅਸ ਆਰਗੇਨਾਈਜੇਸ਼ਨਸ ਦੇ ਵਿੱਚ, ਬਟ ਤੁਸੀਂ ਉਹ ਮੈਂਸ਼ਨ ਕਰਨਾ ਭੁੱਲ ਗਏ ਜਾਂ ਮਿਸ ਆਊਟ ਕਰ ਗਏ, ਐਂਡ ਉਹੀ 2 ਰਿਸਪੌਂਸਿਬਿਲਿਟੀਜ਼ ਮੇਜਰ ਰਿਸਪੌਂਸਿਬਿਲਿਟੀਜ਼ ਨੇ ਪਰਫਾਰਮ ਕਰਨ ਵਾਲੀਆਂ, ਤੁਸੀਂ ਜਿਸ ਆਰਗੇਨਾਈਜੇਸ਼ਨ ਵਾਸਤੇ ਉਹ ਇੰਟਰਵਿਊ ਦੇਣ ਜਾ ਰਹੇ ਹੋ। ਸੋ ਕਿਤੇ ਨਾ ਕਿਤੇ ਯੂ ਮਿਸਡ ਆਊਟ। ਸੋ ਇਫ ਯੂ ਸਟੱਡੀਡ ਦ ਜੌਬ ਡਿਸਕ੍ਰਿਪਸ਼ਨ, ਦ ਰੋਲਸ ਐਂਡ ਰਿਸਪੌਂਸਿਬਿਲਿਟੀਜ਼, ਤੁਸੀਂ ਆਪਣੇ ਕਰੰਟ ਰੈਸਿਊਮੇ ਦੇ ਵਿੱਚ ਤੁਸੀਂ ਆਪਣੀ ਰੋਲਸ ਐਂਡ ਰਿਸਪੌਂਸਿਬਿਲਿਟੀਜ਼ ਨੂੰ ਸ਼ਫਲ ਕਰਕੇ ਜਿਹੜੀਆਂ ਇੰਪੋਰਟੈਂਟ ਹੈ ਕੰਸੀਡਰਿੰਗ ਦ ਨੈਕਸਟ ਜੌਬ ਇੰਟਰਵਿਊ, ਤੁਸੀਂ ਉਹਨੂੰ ਉੱਤੇ ਰੱਖ ਸਕਦੇ ਹੋ, ਐਂਡ ਜਿਹੜੀਆਂ ਲੈਸ ਇੰਪੋਰਟੈਂਟ ਲੱਗ ਰਹੀਆਂ ਤੁਸੀਂ ਉਹਨਾਂ ਨੂੰ ਨੀਚੇ ਲੈ ਕੇ ਆ ਸਕਦੇ ਹੋ। ਸੋ ਦਿਸ ਇਜ਼ ਹਾਊ ਵੀ ਕੈਨ prepare better for the interview. Your resume or your CV, that is your curriculum vitae, it is again a very important point. We need to update our resume or CV on regular basis. We should be adding whatever new skill we are requiring, ਉਹ ਸਾਰੀਆਂ ਆਪਾਂ skills ਆਪਾਂ add ਕਰਨੀਆਂ ਨੇ, and ਜਿਹੜੀਆਂ ਲੱਗਦਾ ਨੇ ਕਿ ਨਹੀਂ ਹੁਣ necessary ਹੈਗੀਆਂ in the resume, you can remove those skills from your resume. Whatever your aim in life is, ਜਾਂ ਤੁਹਾਡਾ ਜੋ ਵੀ objectives ਨੇ, if they are somewhat changing with your age or with your preferences, ਆਪਾਂ ਨੂੰ ਉਹ ਵੀ timely update ਕਰਨਾ ਹੈ ਆਪਣੇ resume ਦੇ ਵਿੱਚ। and just note ਕਿ ਤੁਸੀਂ ਜੋ ਵੀ ਆਪਣੀਆਂ strengths, weaknesses, skills, achievements ਲਿਖ ਰਹੇ ਹੋ resume ਦੇ ਵਿੱਚ,
ਉਹ ਐਕਚੁਅਲ 'ਚ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਇਟਸ ਨਾਟ ਦੈਟ ਕਿ ਤੁਸੀਂ ਯੂ ਮੇਡ ਅ ਰੈਸਿਊਮੇ 5 years ago ਤੇ ਤੁਸੀਂ ਹੁਣ ਕੱਲ ਇੰਟਰਵਿਊ ਦੇਣ ਜਾ ਰਹੇ ਹੋ ਬਟ ਯੂ ਹੈਵਨਟ ਸਟੱਡੀਡ ਯੋਰ ਰੈਸਿਊਮੇ, ਸੋ ਅ ਪਰਸਨ ਵਿਲ ਆਸਕ ਯੂ ਵਾਟ ਆਰ ਯੋਰ ਸਕਿੱਲਸ ਔਰ ਵਾਟ ਆਰ ਯੋਰ ਸਟਰੈਂਥਸ, ਬਟ ਤੁਸੀਂ ਉਹ ਸਕਿੱਲਸ ਜਾਂ ਸਟਰੈਂਥਸ ਜਿਹੜੀਆਂ ਰੈਸਿਊਮੇ 'ਚ ਲਿਖੀਆਂ ਸੀ ਇਟ ਵਾਸ 5 years ago, ਨੈਚੁਰਲੀ ਤੁਸੀਂ ਹੁਣ ਤੁਹਾਨੂੰ ਉਹ ਯਾਦ ਨਹੀਂ ਹੋਏਗਾ। ਸੋ ਹੋ ਸਕਦਾ ਤੁਸੀਂ ਓਵਰ ਦ ਟਾਈਮ ਨਿਊ ਸਕਿੱਲਸ ਜਨਰੇਟ ਜਾਂ ਡਿਵੈਲਪ ਕਰ ਲਈਆਂ ਹੋਣ, ਤੁਸੀਂ ਉਹ ਨਵੀਆਂ ਸਕਿੱਲਸ ਬਾਰੇ ਗੱਲ ਕਰ ਰਹੇ ਹੋ ਬਟ ਰੈਸਿਊਮੇ 'ਚ ਪੁਰਾਣੀਆਂ ਮੈਂਸ਼ਨਡ ਹੈ। So it is very important that you keep a close eye on your resume, keep formatting it, keep updating it on regular basis. Your attire should be very comfortable. ਤੁਸੀਂ ਆਪਣੀ clothing ਦੇ ਵਿੱਚ ਬਹੁਤ comfortable ਹੋਣੇ ਚਾਹੀਦੇ ਹੋ to give your 100% on the interview day. Second, it should be a formal attire. I don't say that every time you appear for an interview, you should be dressed in a suit, in a black suit with a tie. You can sit in an interview with a formal shirt and a formal trouser, that is good, fine enough, but it should be formal. Formal means leather shoes, trousers, well ironed, and a formal shirt with a tie or maybe a blazer on it, and a good hairstyle, or if you wear a turban, ਤੁਸੀਂ ਜੇ ਪੱਗ ਬੰਨ੍ਹਦੇ ਹੋ, it should be very neatly tied. Hairstyle, most of you know it should be very simple and ਕੁਛ ਜੈਜ਼ੀ ਜਾਂ ਹੇਅਰ ਸਟਾਈਲ ਨਹੀਂ ਹੋਣਾ ਚਾਹੀਦਾ। ਐਂਡ ਪੱਗ ਦੇ ਵਿੱਚ ਆਈ ਜਸਟ ਵਾਂਟ ਟੂ ਟੈਲ ਯੂ ਆਲ ਦ ਟਰਬਨੇਟਰਸ ਦੈਟ ਜੇ ਆਪਾਂ ਇੱਕ ਫਾਰਮਲ ਇੰਟਰਵਿਊ ਕਲਰ ਜੇ ਪੱਗ ਦੀ ਆਪਾਂ ਗੱਲ ਕਰੀਏ ਤਾਂ ਕਿਹੜਾ ਕਲਰ ਹੈ, ਦੈਟ ਇਜ਼ ਸਕਾਈ ਬਲੂ ਔਰ ਨੇਵੀ ਬਲੂ। ਸੋ these two colors are considered as formal colors for the job interview. I repeat again, sky blue or a navy blue color. So let's come on to the sixth point. Enough sleep the night before. Interview to ek raat pehla you should ensure that you are taking at least an 8-hour nap. Sari tayari karke, research about the organization, about the profile, about the job description, resume, attire, sab kuch ready karke ensure that you are taking at least 8 hours sleep so that you get up fresh in the morning and you give your 100% in the interview. So minimum 8 hours sleep is required. So कोशिश करो सौन तो पहला मेडिटेट भी कर लो। इफ यू वांट टू टेक अ साउंड स्लीप, मेडिटेट फॉर 15-20 minutes and then go off to sleep that particular night. Next point, reach 10 minutes earlier and not more. Another very crucial point, why I say 10 minutes and not more. ਆਪਾਂ ਇੰਟਰਵਿਊ ਦੇ ਵਿੱਚ ਪਹਿਲਾਂ ਪਹੁੰਚਣਾ ਹੁੰਦਾ ਹੈ, that is very good, that is very fine, but reaching well before time, let's say your interview was scheduled for 10 a.m. but ਤੁਸੀਂ 9 ਵਜੇ ਪਹੁੰਚ ਗਏ, you reached at 9 a.m. that 1 hour sitting in that organization at the reception area or the waiting hall or the conference room or the waiting room, that will just add on to the anxiety, nothing else. Anxious हो जाओगे, nervous हो ज़्यादा हो जाओगे. So टेक माई पॉइंट गाइस, इंटरव्यू वास्ते जल्दी पहुंचना है तो जे 10 बजे का इंटरव्यू है 10 AM का, तो रीच बाय 9:45 और 9:50 AM, नॉट बिफोर दैट, राइट? 10-15 minutes before the interview is a perfect time. So guys, this is what I wanted to tell you, that before the interview ਆਪਾਂ ਜੇ ਇਹ ਚੀਜ਼ਾਂ ਕਰ ਲਈਏ ਤਾਂ ਆਪਣੀ ਜਿਹੜੀ ਪਰਫਾਰਮੈਂਸ ਹੈ in the interview ਆਪਣੀ ਬੈਸਟ ਜਾਏਗੀ। So in the next video I'll tell you how to crack the interview. ਇਹ ਸਭ ਪੁਆਇੰਟ ਸੀਗੇ ਕਿ ਆਪਾਂ ਇੰਟਰਵਿਊ ਤੋਂ ਪਹਿਲਾਂ ਕੀ ਤਿਆਰੀ ਕਰਨੀ ਹੈ। ਹੁਣ ਜਦੋਂ ਆਪਾਂ ਇੰਟਰਵਿਊ ਦੇ ਵਿੱਚ ਬੈਠੇ ਆ, ਆਪਾਂ ਉਦੋਂ ਕਿੱਦਾਂ ਦੇ ਕੁਐਸਚਨਸ ਆਪਾਂ ਨੂੰ ਆ ਸਕਦੇ ਨੇ, ਆਪਾਂ ਕੀ ਆਨਸਰਸ ਦੇਣੇ ਨੇ, ਆਪਾਂ ਹੁਣ ਨੈਕਸਟ ਵੀਡੀਓ 'ਚ ਉਸ ਬਾਰੇ ਗੱਲ ਕਰਾਂਗੇ। So this is it for this video. I hope you liked it and it was informative for you. I'll meet you in the next video. Till then, stay safe and be focused. Thank you so much.